ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੋ ਅੱਜ ਆਪਾਂ ਜੋ ਵਿਚਾਰਮਾਲਾ ਗ੍ਰੰਥ ਪ੍ਰਾਰੰਭ ਕੀਤਾ ਤੇ ਉਹਦੇ ਬਾਰੇ ਆਪਾਂ ਕੁਝ ਸ਼ਬਦਾਂ ਦੀ ਵਿਚਾਰ ਕੀਤੀ। ਪਹਿਲਾਂ ਜੋ ਬਣਦੀ ਸੀ, ਅੱਜ ਆਪਾਂ ਗ੍ਰੰਥ ਦੇ ਵਿਚਾਰਮਾਲਾ ਦੀ ਉਥਾਨਕਾ ਜਿਹੜੀ ਪੜ੍ਹਦੇ ਹਾਂ। ਵਿਚਾਰ ਕਿਸੇ ਵੀ ਗ੍ਰੰਥ ਨੂੰ, ਕਿਸੇ ਵੀ ਲਿਖਣ ਦੀ ਜੋ ਲੋੜ ਪੈਂਦੀ, ਉਹਦਾ ਕੋਈ ਨਾ ਕੋਈ ਕਾਰਨ ਹੁੰਦਾ ਤੇ ਉਸ ਦੇ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਵਿਚਾਰਮਾਲਾ ਗ੍ਰੰਥ ਦੀ ਉਥਾਨਕਾ ਇਸ ਪ੍ਰਕਾਰ ਮਹਾਂਪੁਰਸ਼ ਸੰਪਰਦਾਇ ਵਿਦਵਾਨ ਦੱਸਦੇ। ਇਹ ਗ੍ਰੰਥ ਜਿਸ ਦਾ ਨਾਮ ਵਿਚਾਰਮਾਲਾ, ਇਸ ਦੀ ਉਥਾਨਕਾ ਵੀ ਕਾਰਨ ਕੀ ਸੀ ਲਿਖਣ ਦਾ, ਗ੍ਰੰਥ ਲਿਖਣ ਦਾ ਕਾਰਨ ਕੀ ਹੈ, ਇਹਦੇ ਕਰਤਾ ਲਿਖਿਆ ਕਿਹਨੇ, ਕਿਹਨਾਂ ਦੀ ਕਰੇ ਤੇ ਇਹ ਗ੍ਰੰਥ ਕਦੋਂ ਤੇ ਕਿਵੇਂ ਲਿਖਿਆ ਗਿਆ। ਭਾਵੇਂ ਕਿ ਬਹੁਤ ਵਿਸਥਾਰ ਨਾਲ ਤਾਂ ਨਹੀਂ ਮਿਲਦਾ ਇਹਨਾਂ ਦਾ ਜੀਵਨ। ਇਸ ਉਥਾਨਕਾ ਬਾਰੇ, ਸੰਤ ਨਾਥ ਜੀ ਬਾਰੇ ਚਲੋ ਜਿੰਨਾ ਵੀ ਸੰਖੇਪ ਰੂਪ ਵਿੱਚ ਵੀ ਭਾਵੇਂ ਕਿਉਂ ਨਾ ਹੋਵੇ, ਦੱਸਣਾ ਜ਼ਰੂਰ ਚਾਹੀਦਾ। ਹਰ ਕੋਈ ਗ੍ਰੰਥ ਦੇ ਜਿਹੜਾ ਕਰਤਾ ਹੁੰਦਾ, ਉਹਦਾ ਗ੍ਰੰਥ ਲਿਖਣ ਦੇ ਮੂਲ ਰੂਪ ਕਾਰਨ ਵਿੱਚ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ, ਜਿਹਦੇ ਕਰਕੇ ਗ੍ਰੰਥ ਦੀ ਸੰਪਾਦਨਾ ਰਚਤਾ ਕਰਦੇ। ਹੁਣ ਜਿਵੇਂ ਗੀਤਾ, ਸ਼੍ਰੀਮਦ ਭਾਗਵਤ ਗੀਤਾ ਦੀ ਰਚਨਾ ਹੋਈ ਹੈ, ਉਹ ਮਹਾਂਭਾਰਤ ਦੇ ਜੰਗ ਵਿੱਚ ਅਰਜਨ ਦਾ ਕਾਰਨ ਲੈ ਕੇ, ਜਦੋਂ ਵੀ ਮੈਂ ਨਹੀਂ ਮਾਰ ਸਕਦਾ ਉਦੋਂ ਹੋਂਦ ਵਿੱਚ ਆਇਆ ਸ਼੍ਰੀਮਦ ਭਾਗਵਤ ਗੀਤਾ। ਕ੍ਰਿਸ਼ਨ ਭਗਵਾਨ ਜੀ ਨੇ ਕੁਝ ਘੰਟਿਆਂ 'ਚ ਸੁਣਾਈ, ਉਹ ਨਾਲ ਹੀ ਅਰਥ ਦੱਸ ਦਿੱਤੇ ਸੀ ਸਮਾਂ ਰੋਕ ਕੇ। 6 ਸ਼ਾਸਤਰ ਮਹਾਰਿਸ਼ੀ ਵਿਆਸ ਦੀ ਰਚਨਾ ਕਿਉਂ ਕੀਤੀ? ਵੇਦਾਂ ਨੂੰ ਸੌਖਾ ਸਮਝਣ ਦੇ ਕਾਰਨ, ਵੀ ਵੇਦ ਸਮਝ ਆ ਜਾਣ, 6 ਸ਼ਾਸਤਰ ਪੜ੍ਹੇ ਜਾਣ, ਸਾਂਖ ਯੋਗ ਨਿਆਏ ਵਿਸ਼ੇਸ਼ ਮੀਮਾਂਸਾ ਵੇਦਾਂਤ। ਫਿਰ ਵੇਦਾਂ ਦੇ 3 ਕਾਂਡ, ਕਰਮ ਕਾਂਡ, ਉਪਾਸਨਾ ਕਾਂਡ, ਗਿਆਨ ਕਾਂਡ। ਇਹ ਜਿਹੜੇ ਪਹਿਲਾਂ ਇਕੱਠੇ ਸੀ ਤਿੰਨੇ ਕਾਂਡ। ਫਿਰ 80,000 ਸ਼ਲੋਕ ਕਰਮ ਕਾਂਡ ਦਾ, 16,000 ਸ਼ਲੋਕ ਉਪਾਸਨਾ ਕਾਂਡ ਦਾ, ਭਾਵ ਪੂਜਾ ਕਾਂਡ ਦਾ, ਪੂਜਾ ਕਿਵੇਂ ਕਰਨੀ, ਅਤੇ 4,000 ਸ਼ਲੋਕ ਗਿਆਨ ਕਾਂਡ ਦਾ, ਜੀਵ ਇਸ ਦੀ ਏਕਤਾ ਦਾ, ਜਿਹਦੇ ਵਿੱਚ ਬ੍ਰਹਮ ਸੂਤਰ ਜਿਹਨੂੰ ਕਿਹਾ ਜਾਂਦਾ, ਗਿਆਨ ਕਾਂਡ। ਇਹਨੂੰ ਵੱਖਰਾ ਵੱਖਰਾ ਕੀਤਾ, ਭਾਵ ਉਪਾਸਨਾ ਕਾਂਡ ਵੱਖਰਾ, ਕਰਮ ਕਾਂਡ ਵੱਖਰਾ, ਗਿਆਨ ਕਾਂਡ ਵੱਖਰਾ ਕਰ ਦਿੱਤਾ। ਪਹਿਲਾਂ ਇਹ ਸ਼ਲੋਕ ਸਾਰੇ ਇਕੱਠੇ ਹੀ ਸਨ। ਫਿਰ ਵੇਦ ਦੇ ਵੇਖੋ 6 ਅੰਗ ਵੀ ਇਸੇ ਕਾਰਨ ਦਾ ਸਿੱਟਾ ਹੀ ਆ, ਲੋਕਾਂ ਨੂੰ ਵੀ ਵੇਦ ਸਮਝ ਆਵੇ। ਉਹਦੇ 6 ਅੰਗ ਕੀਤੇ, ਤੇ ਉਹ 6 ਅੰਗ ਕਿਹੜੇ? ਵੀ ਸਿੱਖਿਆ, ਕਲਪ, ਨਿਰੁਕਤ, ਜੋਤਿਸ਼, ਪਿੰਗਲ, ਵਿਆਕਰਨ। ਇਹ 6 ਅੰਗ ਵੇਦ ਦੇ ਕੀਤੇ, ਵੇਦ ਪੜ੍ਹਨ ਵਾਸਤੇ। ਹਰ ਗ੍ਰੰਥ ਇਸੇ ਤਰ੍ਹਾਂ ਕਾਰਨ, ਕਾਰਜ, ਭਾਵ ਸੰਬੰਧ ਅਨੁਸਾਰ ਹੀ ਜਿਹੜੇ ਕੀਤੇ ਜਾਂਦੇ। ਜੇ ਵਿਚਾਰਮਾਲਾ ਦਾ ਗ੍ਰੰਥ ਲਿਖਣ ਦਾ ਕਾਰਜ ਹੋਇਆ ਤਾਂ ਇਹਦੇ ਪਿੱਛੇ ਅਨਾਥਪੁਰੀ ਜੀ ਦੇ ਗੁਰ ਭਾਈ, ਜਿਸ ਦੇ 2 ਨਾਂ ਪ੍ਰਚਲਿਤ ਹਨ, ਭਗਵਾਨਪੁਰੀ ਤੇ ਨਰੋਤਮਪੁਰੀ, 2 ਨਾਂ ਪ੍ਰਚਲਿਤ। ਅਨਾਥਪੁਰੀ ਜੋ ਸੰਤ ਜਿਨ੍ਹਾਂ ਦਾ ਕ੍ਰਿਤ ਹੈ ਨਾ ਵਿਚਾਰਮਾਲਾ, ਉਹਨਾਂ ਦੇ ਗੁਰ ਭਾਈ, ਭਾਵ ਜਿਹੜੇ ਗੁਰੂ ਕੋ ਵਿਦਿਆ ਪੜ੍ਹਦੇ ਆ, ਉਹ ਭਾਈ ਭਰਾ ਜਿਹੜੇ ਹੁਣ ਨਾ ਗੁਰੂ ਕੋ ਵਿਦਿਆ ਪੜ੍ਹਨ, ਗੁਰੂ ਕੋ ਰਹਿਣ ਸਿੱਖ ਤੇ ਅਸੀਂ ਵੀ ਨਾਲ ਰਹੀਏ,
ਉਹ ਭਾਈ ਹੁੰਦੇ ਜਿਹੜੇ ਇਕੱਠੇ ਰਹਿਣ ਵਾਲੇ ਸੰਗਤ ਵਿੱਚ, ਗੁਰ ਭਾਈ। ਤੇ ਉਹ ਜਿਹਦੇ ਦੋ ਨਾਂ ਪ੍ਰਚਲਿਤ ਹਨ, ਭਗਵਾਨਪੁਰੀ ਤੇ ਨਰੋਤਮਪੁਰੀ। ਪਰ ਸੰਪਰਦਾ ਦੇ ਵਿੱਚ ਭਗਵਾਨਪੁਰੀ ਨਾਮ ਨੂੰ ਪਹਿਲ ਦਿੱਤੀ ਜਾਂਦੀ ਹੈ, ਜਦੋਂ ਕਿ ਬਹੁਤ ਸਾਰੇ ਵਿਦਵਾਨਾਂ ਜਿਨ੍ਹਾਂ ਨੇ ਟੀਕੇ ਲਿਖੇ ਆ, ਟੀਕਾਕਾਰ ਬਣ ਕੇ, ਉਹਨਾਂ ਨਰੋਤਮਪੁਰੀ ਨਾਮ ਨੂੰ ਮੁੱਖ ਮੰਨਿਆ। ਸੰਪਰਦਾ ਦੇ ਵਿੱਚ ਨਰੋਤਮ ਦਾ ਅਰਥ ਇਵੇਂ ਕੀਤਾ ਜਾਂਦਾ ਵੀ ਨਰ ਓਤਮ, ਨਰ ਉੱਤਮ। ਨਰਾਂ ਵਿੱਚ ਉੱਤਮ ਸ੍ਰੇਸ਼ਟ ਭਗਵਾਨਪੁਰੀ ਜੀ ਹਨ, ਇਹ ਅਰਥ ਕੀਤਾ ਜਾਂਦਾ ਨਰੋਤਮ ਸ਼ਬਦ ਦਾ, ਤੇ ਪੁਰੀ ਦਾ ਪੁਰੀ। ਨਰੋਤਮਪੁਰੀ ਦਾ ਅਰਥ ਇਹ ਕੀਤਾ ਜਾਂਦਾ ਜੋ ਨਰਾਂ ਵਿੱਚੋਂ ਸ੍ਰੇਸ਼ਟ, ਉਹ ਕੌਣ? ਭਗਵਾਨਪੁਰੀ ਜੀ ਹਨ, ਇਹ ਅਰਥ ਕੀਤਾ ਜਾਂਦਾ। ਇਸ ਗ੍ਰੰਥ ਦੇ ਕਰਤਾ ਨਾਥਪੁਰੀ ਜੀ ਅਤੇ ਦੂਸਰੇ ਭਗਵਾਨਪੁਰੀ ਜੀ, ਜਿਨ੍ਹਾਂ ਨੂੰ ਨਰੋਤਮਪੁਰੀ ਵੀ ਨਾਮ ਕਰਕੇ ਜਾਣਿਆ ਜਾਂਦਾ। ਆਪਸ ਵਿੱਚ ਗੁਰ ਭਾਈ ਸਨ, ਭਾਵ ਇਕੱਠੇ ਆਪਣੇ ਗੁਰੂ ਮੋਨੀ ਜੀ ਪਾਸ ਪੜ੍ਹਦੇ ਸੀ, ਇਕੱਠੇ ਗੁਰੂਕੁਲ ਵਿੱਚ ਪੜ੍ਹੇ, ਇਕੱਠਿਆਂ ਨੇ ਬਰਕਤੀ ਤਿਆਗ ਗੁਣਾ ਧਾਰਨ ਕੀਤਾ। ਉੱਥੇ ਤਪ ਸਾਧਨਾ ਕਰਦੇ ਰਹੇ, ਪਹਿਲਾਂ ਆਸ਼ਰਮ ਜੀ, ਫਿਰ ਪ੍ਰਾਰਬਧ ਕਿਸਮਤ ਅਨੁਸਾਰ ਜੋ ਪਰਮੇਸ਼ਰ ਲਿਖਿਆ, ਜਹਾਂ ਦਾਣੇ ਤਹਾਂ ਖਾਣੇ, ਨਾਨਕ ਸੱਚ ਹੈ। ਅਨਾਥਪੁਰੀ ਜੀ ਸੰਤ ਕਸ਼ਮੀਰ ਵਿੱਚ ਆ ਕੇ ਟਿਕ ਗਏ, ਜਿਨ੍ਹਾਂ ਨੇ ਆਹ ਗ੍ਰੰਥ ਲਿਖਿਆ ਵਿਚਾਰਵਾਂ ਵਾਲਾ। ਭਗਵਾਨਪੁਰੀ ਜੀ ਜਿਨ੍ਹਾਂ ਦਾ ਨਾਮ ਨਰੋਤਮਪੁਰੀ ਵੀ ਲਿਆ ਜਾਂਦਾ, ਇਸ ਕਰਕੇ ਭਗਵਾਨਪੁਰੀ ਕਿਹਾ ਜਾਏ। ਤੇ ਜੇ ਕੋਈ ਦੂਜਾ ਨਰੋਤਮਪੁਰੀ ਇਸ ਗੱਲ ਨੂੰ ਕਹਿੰਦਾ ਤੇ ਉਸ ਵੀ ਮੰਨਣਯੋਗ ਹੈ, ਉਹਦੇ ਵਿੱਚ ਕੋਈ ਝਗੜਾ ਨਹੀਂ। ਇਸ ਕਰਕੇ ਇੱਥੇ ਅਸੀਂ ਇੱਕੋ ਨਾਮ ਹੀ ਵਿਚਾਰਦੇ ਹਾਂ ਵੀ ਭਗਵਾਨਪੁਰੀ, ਨਰੋਤਮਪੁਰੀ ਆਪਣੇ ਆਪ ਸਮਝ ਲੈਣਾ। ਇਹ ਗੁਰ ਭਾਈ ਸਨ ਤੇ ਅਨਾਥਪੁਰੀ ਸੰਤ ਜੀ ਕਸ਼ਮੀਰ ਵਿੱਚ ਟਿਕ ਗਏ। ਭਗਵਾਨਪੁਰੀ ਜਿਹੜੇ ਹੈ ਉਹ ਵਿਚਰਦੇ ਗੁਜਰਾਤ ਦੇਸ਼, ਜਿਹੜਾ ਅੱਜ ਗੁਜਰਾਤ ਦੀ ਸਟੇਟ ਹੈ ਆਪਣੇ ਇੰਡੀਆ ਵਿੱਚ, ਬੜੌਦੇ ਨਗਰ ਵਿੱਚ ਠਹਿਰੇ ਹੈ, ਜੋ ਸੂਰਤ ਕੋਲ ਹੀ, ਬਰੂਚ ਤੋਂ ਅੱਗੇ, ਸੂਰਤ ਤੋਂ ਪਿੱਛੇ। ਤੇ ਉੱਥੇ ਬੜੌਦੇ ਜਾ ਠਹਿਰੇ। ਰਾਜੇ ਅਤੇ ਰਾਜਿਆਂ ਮਹਾਰਾਜਿਆਂ ਕਰਕੇ ਪੂਜਨੀਕ ਹੋ ਗਏ। ਇੱਕ ਦਿਨ ਭਗਵਾਨਪੁਰੀ ਜੀ ਜੋ ਗੁਜਰਾਤ ਦੇ ਵਿੱਚ ਬੜੌਦੇ ਠਹਿਰੇ ਸਨ, ਉਹਨਾਂ ਨੇ ਆਪਣੇ ਮਨ ਵਿੱਚ ਵਿਚਾਰ ਕੀਤਾ ਵੀ ਅਨਾਥਪੁਰੀ ਮੇਰਾ ਮਿੱਤਰ ਗੁਰ ਭਾਈ ਸਾਧੂ ਬਰਗਤੀ ਹੋ ਕੇ ਕਸ਼ਮੀਰ ਵਿੱਚ ਵਿਚਰਿਆ ਤੇ ਉੱਥੇ ਰਹਿ ਰਹੇ ਹੈ, ਤੇ ਉਹਨਾਂ ਦੀ ਯਾਦ ਆਈ, ਤੇ ਜਿਸ ਕਰਕੇ ਮਨ ਬੜਾ ਉਦਾਸ ਹੋਇਆ ਵੀ ਕਦੀ ਚਿੱਠੀ ਪੱਤਰ ਕੋਈ ਸੁਨੇਹਾ ਹੀ ਨਹੀਂ ਮਿਲਿਆ, ਕਿਵੇਂ? ਫਿਰ ਇਹਨਾਂ ਨੇ ਕਸ਼ਮੀਰ ਵਿੱਚ ਚਿੱਠੀ ਪੱਤਰ ਲਿਖ ਕੇ ਭੇਜਿਆ, ਉਹਨਾਂ ਦਾ ਨਿਸ਼ਚਾ ਦੇਖਣ ਵਾਸਤੇ ਕਿ ਜੋ ਵੇਦ ਵਿਦਿਆ ਪੜ੍ਹ ਕੇ ਉਹਨਾਂ ਦੀ ਅਵਸਥਾ ਅਭੇਦ ਨਿਸ਼ਚੇ ਵਾਲੀ ਆ, ਭਾਵ ਜੀਵ ਈਸ਼ ਦੀ ਏਕਤਾ ਵਾਲੀ ਆ, ਜਾਂ ਭੇਦ ਭਾਵ ਦੇ ਸੰਸਕਾਰਾਂ ਵਾਲੇ ਹੋ ਗਏ ਵੀ ਉਹੀ ਇਹਨਾਂ ਦੀ ਅਵਸਥਾ, ਕਿ ਜਾਂ ਹੁਣ ਭੇਦ ਭਾਵ ਹੋ ਗਿਆ, ਫਰਕ ਪੈ ਗਿਆ, ਭਾਵ ਮੋਹ ਮਮਤਾ 'ਚ ਫਸ ਗਏ ਆ, ਮਾਇਆ 'ਚ ਫਸ ਗਏ। ਇਹ ਪ੍ਰੀਖਿਆ ਕਰਨ ਵਾਸਤੇ ਆਪਣੇ ਮਿੱਤਰ ਅਨਾਥਪੁਰੀ ਜੀ ਨੂੰ ਪੱਤਰਕਾਰ ਲਿਖੀ ਭਗਵਾਨਪੁਰੀ ਜੀ ਨੇ। ਇਹ ਪੱਤਰਕਾਰ ਉਹਨਾਂ ਤੱਕ ਪਹੁੰਚਾਈ ਕਿਸੇ ਦਿਨ। ਉਸ ਪੱਤਰਕਾਰ ਦੇ ਵਿੱਚ ਇਹ ਲਿਖਿਆ ਕਿ ਮੈਂ ਸੁਣਿਆ ਕਿ ਕਸ਼ਮੀਰ ਵਿੱਚ ਬਹੁਤ ਅਮੋਲਕ ਮਾਲਾ ਬਣਦੀਆਂ ਭਰਾ ਮੇਰੇ, ਇਸ ਲਈ ਪਰਮੇਸ਼ਰ ਦਾ ਚਿੰਤਨ ਕਰਨ ਲਈ ਵਡਮੁੱਲੀ ਮਾਲਾ ਮੈਨੂੰ ਵੀ ਭੇਜੋ ਉੱਥੋਂ ਕਸ਼ਮੀਰ ਵਿੱਚੋਂ। ਰੁਦਰਾਖ ਦੀਆਂ ਮਾਲਾ ਕਸ਼ਮੀਰ 'ਚ ਬਹੁਤ ਬਣਦੀਆਂ, ਰੁਦਰਾਖ ਦੇ ਬ੍ਰਿਸ਼ ਬੜੇ ਉੱਥੇ। ਇਹ ਪੱਤਰਕਾਰ ਪੜ੍ਹ ਕੇ ਅਨਾਥਪੁਰੀ ਸੰਤ ਜੀ ਨੇ ਉਸ ਦਾ ਗੁੱਝਾ ਭੇਦ ਸਮਝਿਆ ਕਿ ਮੇਰੇ ਮਿੱਤਰ ਇੰਨੀ ਵੱਡੀ ਉੱਚੀ ਅਵਸਥਾ ਦੇ ਮਾਲਕ ਹੈ, ਭਗਵਾਨਪੁਰੀ ਮਹਾਤਮਾ ਤਦ ਬੇਤੇ ਆ, ਤੇ ਇਹਨਾਂ ਨੂੰ ਮਾਲਾ ਦੀ ਜ਼ਰੂਰਤ ਪੈ ਕੀ ਗਈ? ਮਾਲਾ ਦੀ ਜ਼ਰੂਰਤ ਨਹੀਂ ਪੈ ਸਕਦੀ। ਜਿਵੇਂ ਗੰਢੀਰਨਾ ਹੁੰਦਾ ਬੱਚੇ ਨੂੰ ਤੁਰਨ ਵਾਸਤੇ, ਸਿਖਾਉਣ ਵਾਸਤੇ ਆ ਘਰਾਂ ਵਿੱਚ ਦਿੱਤੇ ਜਾਂਦੇ ਨੇ, ਇਵੇਂ ਵਿਚਾਰਦੇ ਵੀ ਉਹ ਗੰਢੀਰਨਾ ਬੱਚੇ ਨੂੰ ਤੁਰਨਾ ਸਿਖਾਉਂਦਾ। ਜਦੋਂ ਬੱਚਾ ਤੁਰਨ ਲੱਗ ਜਾਏ ਫਿਰ ਗੰਢੀਰਨੇ ਨੂੰ ਕੌਣ ਪੁੱਛਦਾ?
ਇਸੇ ਤਰ੍ਹਾਂ ਮਾਲਾ ਤਾਂ ਇੱਕ ਗਢੀਰਨੇ ਦੀ ਨਿਆਈ ਆ, ਜੋ ਸ਼ੁਰੂਆਤ ਵਿੱਚ ਲੋੜ ਹੈ ਜਿਹਦੀ ਕਿ ਮਾਲਾ ਚਾਹੀਦੀ ਹੈ, ਤੇ ਜਦੋਂ ਨਾਮ ਸੁਰਤ ਵਿੱਚ ਚਲੀ ਗਈ ਤਾਂ ਹੱਥ ਵਿੱਚ ਮਾਲਾ ਦਾ ਤੇ ਕੀ ਜ਼ਰੂਰਤ ਹੋਣੀ। ਫਿਰ ਮੁੱਖ ਵਿੱਚ ਨਾਮ ਜਪਣ ਲਈ ਜੀਭ ਦੀ ਵੀ ਲੋੜ ਨਹੀਂ ਪੈਂਦੀ। ਕੰਠੇ ਮਾਲਾ ਜਿਹਵਾ ਰਾਮ, ਸੰਸ ਨਾਮ ਲੈ ਲੈ ਕਰੋ ਸਲਾਮ। ਕਬੀਰ ਮੇਰੀ ਸਿਮਰਣੀ ਰਸਨਾ ਉਪਰ ਰਾਮ, ਆਦ ਜਗਾਦੀ ਸਗਲ ਭਗਤ ਤਾਂ ਕੋ ਸੁਖ ਬਿਸਰਾਮ। ਤੇ ਇਹ ਤੇ ਇੱਕ ਗਢੀਰਨੇ ਦੀ ਨਿਆਈ ਆ। ਆ ਕਈ ਮਾਲਾ ਨੂੰ ਵੇਖ ਕੇ ਆਖਣਗੇ ਤੇ ਪਖੰਡ ਆ ਜੀ, ਮਾਲਾ ਦੀ ਕੀ ਜ਼ਰੂਰਤ ਆ, ਮਾਲਾ ਤੇ ਪਖੰਡੀਆਂ ਦਾ ਕੰਮ ਰੱਖਣਾ। ਮੂਰਖਾਂ ਨੂੰ ਇਹ ਨਹੀਂ ਪਤਾ ਮਾਲਾ ਤੇ ਗੁਰੂ ਅਮਰਦਾਸ ਮਹਾਰਾਜ ਜੀ ਪਾਸ ਵੀ ਹੈਗੀ ਸੀ, ਮਾਲਾ ਗੁਰੂ ਨਾਨਕ ਸਾਹਿਬ ਜੀ ਰੱਖਦੇ ਰਹੇ, ਮਾਲਾ ਗੁਰੂ ਅਰਜਨ ਸਾਹਿਬ ਜੀ ਦੀ, ਮਾਲਾ ਛੇਵੇਂ ਪਾਤਸ਼ਾਹ ਦੀ। ਜਦੋਂ ਇਤਿਹਾਸ ਪੜ੍ਹੀ ਉਦੋਂ ਆਉਂਦਾ ਮਾਲਾ ਤੋਂ ਹੀ ਚੰਦੂ ਨੂੰ ਜੁੱਤੀਆਂ ਪਈਆਂ ਸੀ ਵੀ ਸਾਡੇ ਪਿਤਾ ਜੀ ਦੀ ਮਾਲਾ ਜਹਾਂਗੀਰ ਚੰਦੂ ਕੋ ਆ, ਉਹਦੇ ਕੋ ਮਲੈਲਾ ਸਿਮਰਨਾ। ਤੇ ਫਿਰ ਉਹ ਫੜਿਆ ਗਿਆ ਸੀ ਤੇ ਮਾਲਾ ਹੀ ਉਹ ਸਾਧੂ ਪਖੰਡੀ ਨੇ ਚੁੱਕੀ। ਜਦੋਂ ਗਲੀਚਾ ਉੱਡ ਗਿਆ ਥੱਲਿਓਂ ਮਾਲਾ ਨਿਕਲ ਆਈ। ਗੋਇੰਦਵਾਲ ਸਾਹਿਬ ਦੀ ਇਹ ਸਾਖੀ ਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਵੀ ਹੰਸਾਂ ਦੇਖਤ ਨਾ ਦਿਆਂ ਬੱਗਾ ਪਿਆ ਆ ਤੇ ਵੀ ਅਸੀਂ ਤੈਨੂੰ ਹੰਸ ਸਮਝਿਆ ਸੀ ਤੇ ਇਹ ਜਾਣਾ ਬੱਗ ਬਪੜਾ ਜਨਮ ਨਾ ਦੇਂਦੀ ਅੰਗ, ਵੀ ਉਹ ਬੰਗਲਾ ਹੀ ਨਿਕਲਿਆ ਸੀ। ਐਵੇਂ ਇਹ ਨਹੀਂ ਵੀ ਮਾਲਾ ਨਹੀਂ ਜਪਣੀ, ਭਾਵ ਮਾਲਾ ਸੁਰਤ ਟਿਕਾਉਣ ਲਈ ਜਪਣੀ ਹੁੰਦੀ। ਸੁਰੋ ਵਿਚਾਰ ਕਿ ਇਸ ਤਰ੍ਹਾਂ ਵਿਚਾਰਨ ਕੀਤੀ ਵੀ ਸੁਰਤ ਵਿੱਚ ਨਾਮ ਦੀ ਧੁਨ ਹੀ ਜੀਭ ਬਣ ਜਾਂਦੀ ਹੈ। ਇੰਨੇ ਵੱਡੇ ਬਰਕਤੀ ਸਾਧੂ ਹੋ ਕੇ ਮਾਲਾ ਵਡਮੁੱਲੀ ਮਾਲਾ ਦਾ ਤਾਂ ਕੋਈ ਅਰਥ ਹੀ ਨਹੀਂ ਬਣਦਾ, ਕਿਉਂਕਿ ਪਰਮਾਤਮਾ ਵੱਡੇ ਮੁੱਲ ਦੀਆਂ ਮਾਲਾ ਨਾਲ ਪ੍ਰਸੰਨ ਹੁੰਦਾ। ਇਹ ਮੇਰੀ ਅੰਤਰੀ ਅਵਸਥਾ ਦਾ ਭੇਦ ਜਾਣਨ ਲਈ ਮੇਰੇ ਗੁਰ ਭਾਈ ਨੇ ਪੱਤਰਕਾਰ ਵਿੱਚ ਲਿਖਿਆ ਹੈ। ਤਾਂ ਫਿਰ ਅਨਾਥਪੁਰੀ ਸੰਤ ਜੀ ਨੇ ਇਹ ਸੋਚ ਕੇ ਕਿ ਮੈਂ ਆਪਣੇ ਗੁਰ ਭਾਈ ਨੂੰ ਜਹੀ ਮਾਲਾ ਭੇਜਾਂ ਜੋ ਅਮੋਲਕ ਵੀ ਹੋਵੇ, ਵਡਮੁੱਲੀ ਵੀ ਹੋਵੇ ਤੇ ਕਦੀ ਟੁੱਟਣ ਵਾਲੀ ਨਹੀਂ, ਜਿਹੜੀ ਜਿਹਦਾ ਧਾਗਾ ਟੁੱਟੇ ਨਾ ਮੈਲਾ ਹੀ ਹੋਵੇ, ਜਿਸ ਨੂੰ ਮੇਰਾ ਗੁਰ ਭਾਈ ਆਪ ਵੀ ਚਿੰਤਨ ਰੂਪ ਵਿੱਚ ਫੇਰ ਨਾ ਕਰੇ, ਭਾਵ ਗ੍ਰੰਥ ਪੜ੍ਹੇ ਤੇ ਚਿੰਤਨ ਕਰੇ ਅਤੇ ਹੋਰਨਾਂ ਨੂੰ ਵੀ ਇਸ ਵਿਚਾਰ ਦੀ ਮਾਲਾ ਤੋਂ ਲਾਭ ਪ੍ਰਾਪਤ ਹੋਵੇ। ਇਹ ਸੋਚ ਕੇ ਇਹ ਗ੍ਰੰਥ ਦਾ ਨਾਮ ਹੀ ਸ੍ਰੇਸ਼ਟ ਵਿਚਾਰਾਂ ਦੇ ਸਿਧਾਂਤ ਰੂਪ ਮਣਕਿਆਂ ਨੂੰ, ਇਹ ਸੋਚ ਕੇ ਨਾ ਇਸ ਗ੍ਰੰਥ ਦਾ ਨਾਮ ਹੀ ਜਿਹੜਾ ਵਿਚਾਰ ਮਾਲਾ ਰੱਖਿਆ। ਉਹਦਾ ਅਰਥ ਕੀ ਵੀ ਸ੍ਰੇਸ਼ਟ ਵਿਚਾਰਾਂ ਦੇ ਜਿਹੜੇ ਉੱਤਮ ਵਿਚਾਰ ਆ ਉਹਦੇ ਸਿਧਾਂਤ ਰੂਪ, ਜਿਹੜੇ ਸਿਧਾਂਤ ਵਿੱਚ ਨਿਕਲਦੇ ਨੇ, ਸਿਧਾਂਤ ਵੀ ਜਿਹੜੀ ਗੱਲ ਸਿੱਧ ਹੁੰਦੀ, ਉਹ ਸਿਧਾਂਤ ਰੂਪ ਮਣਕਿਆਂ ਨੂੰ ਆਪਣੀ ਬੁੱਧੀ ਰੂਪੀ ਸੂਈ ਦੇ ਨਾਲ ਪ੍ਰੇਮ ਰੂਪੀ ਧਾਗਾ ਪਾ ਕੇ ਅਨੇਕਾਂ ਗ੍ਰੰਥਾਂ ਦੇ ਫਿਰ ਸਾਰ ਸਿਧਾਂਤ ਰੂਪ ਬਚਨਾਂ ਨੂੰ ਅੱਖਰ ਰੂਪੀ ਮਣਕਿਆਂ ਦੇ ਵਿੱਚ, ਅੱਖਰ ਰੂਪੀ ਮਣਕਿਆਂ ਦੇ ਨਾਲ ਜੋੜ ਕੇ ਇਹ ਵਿਚਾਰ ਮਾਲਾ ਬਣਾਈ ਅਤੇ ਕਹਿ ਦਿੱਤਾ। 8ਵੇਂ ਵਿਸ਼ਰਾਮ, ਇੱਥੇ ਵਿਸ਼ਰਾਮ ਲਿਖਿਆ ਨਾ, ਅਧਿਆਇ ਸਮਝ ਲਓ, ਵਿਸ਼ਰਾਮ ਸਮਝ ਲਓ। 8ਵੇਂ ਵਿਸ਼ਰਾਮ ਦੇ 40ਵੇਂ ਸ਼ਲੋਕ ਦੇ ਵਿੱਚ ਇਸ ਗੱਲ ਨੂੰ ਸਪਸ਼ਟ ਕੀਤਾ, ਪ੍ਰਗਟ ਕੀਤਾ ਉਹਨਾਂ ਨੇ। ਕਹਿੰਦੇ ਦੋਹਰਾ ਲਿਖਿਆ ਕਿ ਪੂਰੀ ਨਰੋਤਮ ਮਿੱਤਰ ਵਰ, ਮੇਰਾ ਸ੍ਰੇਸ਼ਟ ਮਿੱਤਰ ਨਰੋਤਮ ਪੁਰੀ। ਤੋ ਆਪ ਜੀ ਨੂੰ ਪਹਿਲਾਂ ਵੀ ਦੱਸਿਆ ਵੀ ਜਿਹੜੇ ਸੰਪਰਦਾ ਦੇ ਵਿੱਚ ਨਰੋਤਮ ਦਾ ਅਰਥ ਕੀਤਾ ਜਾਂਦਾ ਨਰਾਂ ਤੋਂ ਉੱਤਮ, ਸ੍ਰੇਸ਼ਟਾਂ ਵਿੱਚੋਂ ਉੱਤਮ ਪੁਰਸ਼ ਉਹ ਕੌਣ? ਭਗਵਾਨ ਪੁਰੀ ਦਾ ਅਰਥ ਹੋਈ ਭਗਵਾਨ ਪੁਰੀ, ਭਾਵ ਮੇਰਾ ਸ੍ਰੇਸ਼ਟ ਮਿੱਤਰ ਭਗਵਾਨ ਪੁਰੀ ਜਾਂ ਨਰੋਤਮ ਪੁਰੀ। ਖਰੋ ਅਤਿਥ ਭਗਵਾਨ ਤੇ ਵਰਨੀ ਮਾਲ ਵਿਚਾਰ ਮੈਂ ਤੇ ਆਗਿਆ ਪਰਮਾਨ, ਉਹਦੀ ਆਗਿਆ ਮੰਨ ਕੇ ਮੈਂ ਵਿਚਾਰ ਮਾਲਾ ਵਰਣਨ ਕੀਤੀ। ਇਸ ਵਿਚਾਰ ਮਾਲਾ ਜਿਹੜਾ ਇਹ ਗ੍ਰੰਥ ਆ, ਇਹਦਾ ਪ੍ਰਗਟ ਹੋਣ ਦੀ ਇਹ ਸਾਧ ਸੰਗਤ ਜਿਹੜੀ ਥਾਨਕਾ ਸੰਪਰਦਾ ਦੇ ਵਿੱਚ
ਦੱਸੀ ਜਾਂਦੀ ਹੈ। ਹੋਰ ਕੋਈ ਬਹੁਤਾ ਵਿਸਥਾਰ ਨਹੀਂ। ਤੇ ਵਿਚਾਰਮਾਲਾ ਗ੍ਰੰਥ ਦਾ ਜਿਹੜਾ ਰਚਨ ਦਾ ਸਮਾਂ, ਉਹ ਇਹਦੇ ਕਵੀ ਜੀ ਨੇ ਗ੍ਰੰਥ ਦੀ ਸਮਾਪਤੀ ਉੱਪਰ ਹੀ ਦਰਜ ਕੀਤਾ। ਉਹ ਆਉਂਦਾ ਇੱਥੇ ਇੱਕ ਦੋਹਰਾ 1726 ਸੰਮਤ ਭਾਵ 1726 ਸੰਮਤ ਮਾਘ ਮਾਸ ਸ਼ੁਭ। ਮਾਘ ਦੇ ਮਹੀਨਾ, ਮਾਸ ਮਤਲਬ ਮਹੀਨਾ, ਮਾਘ ਮਤਲਬ ਮਾਘ ਦਾ, ਸ਼ੁਭ ਮਹੀਨੇ ਚੰਗਾ, ਚੰਗੇ ਮਾਘ ਦੇ ਮਹੀਨੇ ਵਿੱਚ ਇਹ ਗ੍ਰੰਥ ਕਹਿੰਦੇ ਸਾਡਾ ਪੂਰਾ ਹੋਇਆ ਸੀ। ਇਸ ਪ੍ਰਕਾਰ ਇਹ ਵਿਚਾਰਮਾਲਾ ਜਿਹੜਾ ਗ੍ਰੰਥ ਲਿਖਿਆ, ਤੇ ਆਪਾਂ ਇਹਦੇ ਜਿਹੜੇ ਕੋਈ ਸੂਖਮ ਵਿਚਾਰਮਾਲਾ ਗ੍ਰੰਥ ਦਾ ਸਿਧਾਂਤ ਆ ਵੀ ਇਹਦੇ ਜਿਵੇਂ ਇਹਦਾ ਲਿਖਣ ਦਾ ਕਾਰਨ ਕੀ, ਇਹਦੇ ਵਿੱਚ ਹਰ ਗ੍ਰੰਥ ਵਿੱਚ 4 ਅਨੁਬੰਧ ਹੋਣੇ ਬੜੇ ਜ਼ਰੂਰੀ ਹੈ ਵਿਦਾਂਤ ਮਤ ਮੁਤਾਬਕ। ਇਹਦੇ ਵਿੱਚ ਵਿਦਾਂਤਕ ਵਿਚਾਰ ਹੀ ਹੈ ਹੁਣ ਜ਼ਿਆਦਾ, ਇਸ ਕਰਕੇ ਇਹਦੇ ਵਿੱਚ 4 ਅਨੁਬੰਧ ਵੀ ਹੈਗੇ ਵਿਚਾਰਮਾਲਾ ਗ੍ਰੰਥ 'ਚ। ਉਹ ਵੀ ਅਨੁਬੰਧ ਕਿਹਨੂੰ ਕਿਹਾ ਜਾਂਦਾ ਵੀ ਜੋ ਪਾਠਕ ਨੂੰ, ਪਾਠ ਕਰਨ ਵਾਲੇ ਨੂੰ, ਪੜ੍ਹਨ ਵਾਲੇ ਨੂੰ, ਵਿਦਿਆਰਥੀ ਨੂੰ ਅਨ ਨਾਮ ਹੁੰਦਾ ਪਿੱਛੋਂ ਦਾ, ਤੇ ਬੰਧ ਨਾਮ ਹੁੰਦਾ ਬੰਧਨ ਦਾ, ਬੰਧ ਲੈਣ ਦਾ। ਭਾਵ ਜੋ ਪਾਠਕ ਨੂੰ, ਵਿਦਵਾਨ ਨੂੰ, ਪੜ੍ਹਨ ਵਾਲੇ ਨੂੰ, ਸਿੱਖਿਆ ਲੈਣ ਵਾਲੇ ਨੂੰ ਆਪਣੇ ਪਿੱਛੇ ਬੰਨ੍ਹ ਲਵੇ। ਅਰਥ ਕੀ ਵੀ ਜਿਹੜਾ ਪੜ੍ਹ ਕੇ, ਜਿਹੜਾ ਕੋਈ ਪਾਠ, ਇਹ ਗ੍ਰੰਥ ਕਿਸੇ ਨੂੰ, ਜਿਹੜੇ ਵੀ ਗ੍ਰੰਥ ਨੂੰ ਲਿਖਣਾ, ਉਹਦੇ ਵਿੱਚ ਅਨੁਬੰਧ 4 ਹੋਣੇ ਜ਼ਰੂਰੀ ਹੈ। ਭਾਵ ਜਿਸ ਗ੍ਰੰਥ ਨੂੰ ਪੜ੍ਹ ਕੇ ਤੇ ਗ੍ਰੰਥ ਪੜ੍ਹਨ ਵਿੱਚ ਹੋਰ ਪ੍ਰੀਤੀ ਵੱਧ ਜਾਵੇ ਵੀ ਮੈਂ ਹੋਰ ਪੜ੍ਹਾਂ, ਉਸ ਨੂੰ ਕਹੀਦਾ ਅਨੁਬੰਧ। ਇਹ ਅਨੁਬੰਧ ਗ੍ਰੰਥ ਵਿੱਚ ਬੜਾ ਹੋਣੀ ਜ਼ਰੂਰੀ ਆ ਵੀ ਜੇ ਅਨੁਬੰਧ ਹੋਊਗਾ, ਉਹਨੂੰ ਸੁਣ ਵਿਚਾਰ ਕੇ ਮਨ ਲੱਗੇਗਾ, ਫੇਰ ਹੀ ਗਾਂ ਪੜੂਗਾ ਨਾ। ਇਸ ਕਰਕੇ ਅਨੁਬੰਧ ਬੜਾ ਹੋਣਾ ਜ਼ਰੂਰੀ ਹੈ। ਤੇ ਅਨੁਬੰਧ 4 ਪ੍ਰਕਾਰ ਦੇ, ਇੱਕ ਤੇ ਅਧਿਕਾਰੀ ਅਨੁਬੰਧ, ਇੱਕ ਸੰਬੰਧ ਅਨੁਬੰਧ, ਵਿਸ਼ੇ ਅਨੁਬੰਧ ਤੇ ਪ੍ਰਯੋਜਨ ਅਨੁਬੰਧ। ਇਹ 4 ਪ੍ਰਕਾਰ ਦਾ ਇਹਨਾਂ ਦਾ ਸਮੁਦਾਇ ਨੂੰ ਹੀ ਸਾਰਿਆਂ ਨੂੰ ਅਨੁਬੰਧ ਹੀ ਕਿਹਾ ਜਾਂਦਾ, ਪਰ 4 ਪ੍ਰਕਾਰ ਦਾ ਹੁੰਦਾ। ਉਹ ਹੀ ਅੱਗੇ ਵਿਦਵਾਨ ਜਨ ਤੇ ਇਸ ਤਰ੍ਹਾਂ ਲਿਖਦੇ ਆ ਵੀ ਅਧਿਕਾਰੀ ਅਨੁਬੰਧ ਦਾ ਅਰਥ ਹੁੰਦਾ ਜਿਹੜਾ ਇਸ ਗ੍ਰੰਥ ਨੂੰ ਪੜ੍ਹਨ ਦਾ ਅਧਿਕਾਰੀ ਕੌਣ ਹੈ। ਉਹ ਕਵੀ ਅਨਾਥਪੁਰੀ ਜੀ ਨੇ ਵਿਚਾਰਮਾਲਾ ਗ੍ਰੰਥ ਦੇ 4ਥੇ ਵਿਸ਼ਰਾਮ ਦੇ ਵਿੱਚ ਬੜਾ ਖੋਲ੍ਹ ਕੇ ਲਿਖਿਆ। ਉੱਥੇ ਆਪਾਂ ਇਸ ਦੀ ਵਿਚਾਰ ਕਰਾਂਗੇ ਵੀ ਅਧਿਕਾਰੀ ਕੌਣ ਹੈ ਗ੍ਰੰਥ ਦਾ। ਜਦੋਂ ਕੋਈ ਵਿਚਾਰ ਸਾਗਰ ਸ਼ੁਰੂ ਹੁੰਦਾ ਤੇ ਪੈਂਦਿਆਂ ਦੱਸ ਦਿੰਦੇ ਵੀ ਜਿਹੜਾ ਇਹਨਾਂ ਸਾਧਨਾਂ ਦੇ ਸੰਪੰਨ ਆ ਉਹ ਗ੍ਰੰਥ ਪੜ੍ਹੇ, ਨਹੀਂ ਤੇ ਦੂਜਾ ਨਹੀਂ ਪੜ੍ਹੇ। ਸਤਿਗੁਰੂ ਦਾ ਇਹ ਤਰਸ ਹੈ ਵੀ ਕੋਈ ਵੀ ਆ ਕੇ ਬਾਣੀ ਪੜ੍ਹ ਲਏ, ਨਹੀਂ ਤੇ ਹੋਰ ਤੇ ਐਵੇਂ ਲਿਖਿਆ ਵੀ 4 ਚੀਜ਼ਾਂ ਦਾ ਅਧਿਕਾਰੀ ਹੈ, 4 ਬੰਦਾਂ ਦੇ ਜੋਗਾ ਹੈਗਾ, ਸਾਧਨਾ ਦੇ ਸੰਪੰਨ ਹੈਗਾ, ਗ੍ਰੰਥ ਪੜ੍ਹੇ ਵਿਚਾਰ ਕਰੇ, ਨਹੀਂ ਤੇ ਇਹਨੂੰ ਅਧਿਕਾਰੀ ਨੂੰ, ਅਨਅਧਿਕਾਰੀ ਨੂੰ ਜੀ ਨਹੀਂ ਦੇਣੀ। ਦੂਸਰਾ ਅਨੁਬੰਧ ਹੈਗਾ ਸੰਬੰਧ। ਸੰਬੰਧ ਅਨੁਬੰਧ ਇਹ ਹੁੰਦਾ ਵੀ ਇਹਦਾ ਸੰਬੰਧ ਕੀ, ਕਿ ਕਵੀ ਦਾ ਜੋ ਲਿਖਿਆ ਕਿਹਦੇ ਨਾਲ ਕਿਹਦਾ ਸੰਬੰਧ ਹੈ। ਉਹਦੇ 3 ਜਦੋਂ ਅਧਿਕਾਰੀ, ਵਿਸ਼ੇ, ਪ੍ਰਯੋਜਨ ਹੋ ਜਾਣ ਨਾ, 3 ਅਨੁਬੰਧ ਇਕੱਠੇ ਬਣ ਜਾਣ, ਸੰਬੰਧ ਅਨੁਬੰਧ ਆਪਣੇ ਆਪ ਹੀ ਸਿੱਧ ਹੋ ਜਾਂਦਾ। ਉਹ ਇੱਕ ਪ੍ਰਮਾਣ ਤੌਰ ਤੇ ਜਿਵੇਂ ਪ੍ਰਤੀਪਦ ਹੈ, ਵਿਚਾਰ ਸਾਗਰ ਪੜ੍ਹਾਂਗੇ ਤੇ ਉੱਥੇ ਆਉਂਦਾ ਹੁੰਦਾ ਹੈ ਪ੍ਰਤੀਪਦ ਹੈ। ਪ੍ਰਤੀਪਦ ਦਾ ਅਰਥ ਹੁੰਦਾ ਵੀ ਜੋ ਗ੍ਰੰਥ ਵਿੱਚ ਲਿਖਿਆ ਹੋਇਆ, ਜੋ ਗ੍ਰੰਥ 'ਚ ਲਿਖਿਆ, ਜਿਵੇਂ ਆਪਾਂ ਵਿਚਾਰਮਾਲਾ ਪਾਂਡੇ 'ਚ ਜੋ ਲਿਖਿਆ। ਤੇ ਪ੍ਰਤਿਪਾਦਕ ਹੁੰਦਾ, ਲਿਖਣ ਵਾਲਾ,
ਕਰਨ ਵਾਲਾ। ਜਿਸ ਨੇ ਗ੍ਰੰਥ ਲਿਖਿਆ ਉਹਨੂੰ ਕਹਿੰਦਾ ਪ੍ਰਤਿਪਾਦਕ। ਸਿਧਾਰਥ ਵੀ ਵਿਸ਼ੇ ਦਾ ਤੇ ਕਵੀ ਅਨਾਥ ਦਾ ਸੰਬੰਧ ਹੈ ਇਹਦੇ ਵਿੱਚ। ਵੀ ਇਹਦਾ ਵਿਸ਼ਾ ਕੀ ਹੈ? ਪ੍ਰਤਿਪਾਦੇ ਦਾ ਅਰਥ ਸਿੱਧਾ ਜਾਂ ਵੀ ਇਹਦਾ ਵਿਸ਼ਾ ਜੋ ਗ੍ਰੰਥ 'ਚ ਲਿਖਿਆ, ਤੇ ਉਹ ਵੀ ਵਿਸ਼ੇ ਉਹ ਦਾ ਵਿਸ਼ਾ ਕਿਸੇ ਵਿਸ਼ੇ ਦੇ ਗ੍ਰੰਥ ਲਿਖਿਆ ਜਾਊਗਾ ਨਾ। ਜੋ ਗ੍ਰੰਥ 'ਚ ਲਿਖਿਆ ਇਹਨੂੰ ਕਹਿੰਦੇ ਪ੍ਰਤਿਪਾਦ। ਪ੍ਰਤਿਪਾਦਕ ਕਹਿੰਦੇ ਆ ਜਿਸ ਨੇ ਗ੍ਰੰਥ ਲਿਖਿਆ। ਵੀ ਵਿਸ਼ੇ ਦਾ ਤੇ ਜਿਹਨੇ ਲਿਖਿਆ ਉਹਦਾ ਕੀ ਸੰਬੰਧ ਹੈ? ਠੀਕ, ਉਹਨੂੰ ਕਹਿੰਦੇ ਸੰਬੰਧ ਅਨੁਬੰਧ। ਸੰਬੰਧ ਤੋਂ ਬਿਨਾਂ ਲਿਖਿਆ ਹੀ ਨਹੀਂ ਜਾਣਾ। ਜੇ ਸੰਬੰਧ ਹੋਊਗਾ ਵੀ ਮੈਂ ਉਹ ਚੀਜ਼ ਉਹ ਵਿਸ਼ੇ ਤੇ ਮੈਂ ਲਿਖਣਾ, ਲਿਖਣ ਵਾਲਾ ਜਿਸ ਨੇ ਲਿਖਿਆ ਤੇ ਜਿਸ ਵਿਸ਼ੇ ਤੇ ਲਿਖਿਆ, ਉਹ ਵਿਸ਼ੇ ਦਾ ਤੇ ਲਿਖਣ ਵਾਲੇ ਦਾ ਜਿਹੜਾ ਮੇਲ ਉਹਨੂੰ ਕਹਿੰਦਾ ਸੰਬੰਧ। ਸੰਬੰਧ ਦਾ ਅਰਥ ਹੁੰਦਾ ਮਿਲਾਪ। ਤੇ ਸੰਬੰਧ ਹੁਣ ਵਿਸ਼ਾ ਕੀ ਹੈ ਗ੍ਰੰਥ ਦਾ? ਕੀ ਗ੍ਰੰਥ 'ਚ ਲਿਖਿਆ ਕੀ ਹੈ? ਇਹਦਾ ਵਿਸ਼ਾ ਕੀ ਹੈ? ਵਿਸ਼ਾ ਇਹਦਾ ਹੈਗਾ ਜੀਵ ਤੇ ਬ੍ਰਹਮ। ਜੋ ਇਹਦੇ ਵਿੱਚ ਭੇਦ ਗਿਆਨ ਹੋਏ ਨਾ, ਆ ਭੇਦ ਗਿਆਨ ਪ੍ਰਾਪਤ ਕਰਨਾ, ਭਾਵ ਜੀਵ ਬ੍ਰਹਮ ਦੀ ਏਕਤਾ। ਇਹ ਗ੍ਰੰਥ ਦਾ ਵਿਸ਼ਾ ਜੀਵ ਨੂੰ ਤੇ ਬ੍ਰਹਮ ਨੂੰ ਇੱਕ ਕਰ ਦੇਣਾ, ਆਤਮਾ ਪਰਮਾਤਮਾ ਇੱਕੋ ਕਰੇ, ਇਹਦਾ ਵਿਸ਼ਾ। ਪ੍ਰਯੋਜਨ ਚੌਥਾ ਨਿਬੰਧ। ਵੀ ਇਹ ਗ੍ਰੰਥ ਨੂੰ ਪੜ੍ਹਨ ਦਾ ਪ੍ਰਯੋਜਨ ਕੀ ਹੈ? ਫਲ ਕੀ ਮਿਲੂਗਾ? ਇਹਦਾ ਵਿੱਚੋਂ ਸਿੱਟਾ ਕੀ ਨਿਕਲੂਗਾ? ਮਤਲਬ ਕੀ ਨਿਕਲੂਗਾ? ਇਹਦਾ ਸਿੱਟਾ ਪ੍ਰਯੋਜਨ ਮਤਲਬ ਇਹ ਆ ਪੜ੍ਹਨ ਦਾ, ਇਹਦਾ ਪ੍ਰਯੋਜਨ ਇਹ ਹੈ ਕਿ ਦੁੱਖਾਂ ਜਿਹੜੇ ਜਿੰਨੇ ਵੀ ਦੁੱਖ ਹੈ, ਜੰਮਣ ਮਰਨ ਰੂਪੀ, ਜੂਨਾਂ 'ਚ ਪੈਣ ਰੂਪੀ ਦੁੱਖਾਂ ਦੀ ਅਤਿਅੰਤ ਭਾਵ ਅਤਿਸ਼ੈ ਕਰਕੇ, ਬੇਅੰਤ ਕਰਕੇ ਨਿਵਰਤੀ ਅਤੇ ਪਰਮਾਨੰਦ, ਜਿਹੜਾ ਕਦੀ ਆਨੰਦ ਖੁਸਕਣ ਵਾਲਾ ਨਹੀਂ, ਪਰਮ ਮਹਾਨ ਆਨੰਦ ਬ੍ਰਹਮਾਨੰਦ ਹੀ ਹੈ। ਬ੍ਰਹਮਾਨੰਦ ਦੀ ਪ੍ਰਾਪਤੀ ਹੋ ਜਾਣੀ, ਇਹ ਗ੍ਰੰਥ ਦਾ ਪ੍ਰਯੋਜਨ ਆ। ਇਸ ਗ੍ਰੰਥ ਦਾ ਇਸ ਪ੍ਰਕਾਰ ਇਹ ਗ੍ਰੰਥ ਦਾ ਪ੍ਰਯੋਜਨ ਹੋ ਗਿਆ। ਵਿਚਾਰਮਾਲਾ ਗ੍ਰੰਥ ਦੇ ਵਿੱਚ 4 ਅਨੁਬੰਧ ਹੈਗੇ ਆ। ਅਧਿਕਾਰੀ ਕੌਣ ਹੈ ਉਹ ਦੱਸਣਗੇ ਚੌਥੇ ਵਿਸ਼ਰਾਮ 'ਚ। ਫਿਰ ਸੰਬੰਧ ਕਿਹਦਾ ਕਿਹਦੇ ਨਾਲ ਆ? ਵਿਸ਼ੇ ਦਾ ਤੇ ਕਵੀ ਅਨਾਥ ਦਾ ਸੰਬੰਧ ਆਪੋ ਵਿੱਚ ਹੀ। ਕਵੀ ਨੇ ਵਿਸ਼ਾ ਲਿਖਿਆ, ਉਹ ਵਿਸ਼ਾ ਕੀ? ਜੀਵ ਬ੍ਰਹਮ ਦੀ ਏਕਤਾ। ਤੇ ਇਸ ਕਰਕੇ ਜੀਵ ਬ੍ਰਹਮ ਦਾ ਵੀ ਸੰਬੰਧ ਹੀ ਹੈ। ਤੇ ਪ੍ਰਯੋਜਨ ਇਹ ਹੈ ਵੀ ਦੁੱਖਾਂ ਦੀ ਅਤਿਅੰਤ ਨਿਵਰਤੀ, ਵੀ ਇਹ ਹੋ ਜਾਵੇ, ਮੇਰੇ ਦੁੱਖਾਂ ਦੀ ਨਿਵਰਤੀ ਹੋ ਜਾਵੇ, ਪਰਮਾਨੰਦ ਦੀ ਪ੍ਰਾਪਤੀ ਹੋ ਜਾਵੇ। ਉਹ ਪ੍ਰਯੋਜਨ ਇਹ ਗ੍ਰੰਥ ਨੂੰ ਪੜ੍ਹਿਆ ਪ੍ਰਯੋਜਨ ਸਿੱਧ ਹੋ ਜਾਂਦਾ ਹੈ। ਇਸ ਤਰ੍ਹਾਂ ਨਾਲ ਆਪਾਂ ਜਿਹੜਾ ਵਿਚਾਰਮਾਲਾ ਦੀ ਗ੍ਰੰਥ ਦੀ ਥਾਨਕਾ ਵੀ ਪੜ੍ਹ ਲਈ ਹੈ। ਤੇ ਗ੍ਰੰਥ ਵਿੱਚ ਕਿੰਨੇ ਅਨੁਬੰਧ ਆ, ਵੀ ਇਹਦੇ ਵਿੱਚ ਹੈਗੇ ਕਿ ਨਹੀਂ ਹੈਗੇ, ਉਹ ਵੀ ਆਪਾਂ ਜਿਹੜਾ ਰਲ ਮਿਲ ਕੇ ਜਿੰਨੀ ਕੁ ਸਮਝ ਪਈ ਆ ਤੇ ਉਸ ਦੀ ਵਿਚਾਰ ਹੀ ਆਪਾਂ ਕਰ ਲਈ ਹੈ। ਬਾਕੀ ਇਹਦੇ ਵਿੱਚ ਹੋਰ ਥੋੜ੍ਹੀ ਜਿਹੀ ਸੂਖਮ ਵਿਚਾਰ ਵੀ ਹੈਗੀ ਆ। ਉਹ ਇਹ ਵੀ ਗ੍ਰੰਥ ਜਦੋਂ ਆਪਾਂ ਪ੍ਰਾਰੰਭ ਕਰਦੇ ਹਾਂ, ਗ੍ਰੰਥ ਦੇ ਪ੍ਰਾਰੰਭ ਦਾ ਵੇਲੇ ਮੰਗਲ ਆਉਂਦਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਇਹ ਜਿਹੜਾ ਗ੍ਰੰਥ ਆ ਇਹ ਤੇ ਗੁਰਸਿੱਖਾਂ ਵਿਦਵਾਨਾਂ ਨੇ ਆਪਣਾ ਇਸ਼ਟ ਮੰਗਲ ਸਮਝ ਕੇ ਲਿਖਿਆ। ਵਿਚਾਰਮਾਲਾ ਦੇ ਜਿਹੜੇ ਆਪਾਂ ਗੁਰਮੁਖੀ ਲੱਥੇ ਨਾ, ਜਿਹੜੇ ਵੀ ਆਪਾਂ ਗ੍ਰੰਥ ਪੜ੍ਹਦੇ ਹਾਂ, ਗੁਰਸਿੱਖ ਵਿਦਵਾਨਾਂ ਨੇ ਆਪਣਾ ਇਸ਼ਟ ਕਿ ਸਾਡਾ ਇਸ਼ਟ ਹੁਣ ਇੱਕ ਅਕਾਲ ਪੁਰਖ ਵਾਹਿਗੁਰੂ ਹੈ। ਸਾਡੇ ਗੁਰੂ ਦਾ ਸਿਧਾਂਤ ਹੈ ਵੀ ਮੰਗਲ ਇੱਕ ਓਂਕਾਰ ਸਤਿਗੁਰ ਪ੍ਰਸਾਦ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੰਗਲ ਹੈ। ਉਹ ਵਿਦਵਾਨਾਂ ਨੇ ਲਿਖਿਆ। ਪਰ ਜੋ ਕਵੀ ਅਨਾਥਪੁਰੀ ਸੰਤ, ਇਹਨਾਂ ਨੇ ਆਪਣੇ ਗ੍ਰੰਥ ਵਿੱਚ ਵਿਚਾਰਮਾਲਾ ਦੇ ਪ੍ਰਾਰੰਭਤਾ ਵੇਲੇ ਪਹਿਲਾ ਹੀ ਜਿਹੜਾ ਵਿਚਾਰਮਾਲਾ ਗ੍ਰੰਥ ਸ਼ੁਰੂ ਕਰਕੇ ਨਾ ਦੋਹਰਾ ਲਿਖਿਆ, ਨਮੋ ਨਮੋ ਸ੍ਰੀ ਰਾਮ ਜੂ, ਸਤ ਚੇਤਨ ਆਨੰਦ ਰੂਪ।
ਇਹ ਸਰਗੁਣ ਸਰੂਪ ਸ੍ਰੀ ਰਾਮਚੰਦਰ ਜੀ ਦਾ ਨਾ ਮੰਗਲ ਕੀਤਾ, ਤੇ ਨਿਰਗੁਣ ਸਰੂਪ ਵਿੱਚ ਜਿਹੜਾ ਸਤ ਚੇਤਨ ਆਨੰਦ ਸਰੂਪ ਕਿਹਾ, ਇਹ ਰਮੰਤੀ ਰਾਮਾ ਰਮੇ ਹੋਏ ਵਾਹਿਗੁਰੂ ਦਾ ਮੰਗਲ ਕੀਤਾ। ਤੇ ਜਿਹੜਾ ਨਮੋ ਨਮੋ ਸ੍ਰੀ ਰਾਮ ਜੂ, ਇਹ ਜਿਹੜਾ ਮੰਗਲ ਹੈ ਜਿਹੜਾ ਉਲੱਥੇ ਰੂਪ ਵਿੱਚ ਕੀਤਾ ਹੋਇਆ ਭਾਸ਼ਾ ਰੂਪ ਵਿੱਚ, ਇਹ ਸਵਾਮੀ ਗੋਬਿੰਦ ਦਾਸ ਉਦਾਸੀ ਸਾਧੂ ਨੇ ਸੰਸਕ੍ਰਿਤ ਜਿਹੜਾ ਰੂਪ ਦਾ ਮੰਗਲ ਆ ਉਹਨੂੰ ਭਾਸ਼ਾ ਰੂਪ 'ਚ ਲਿਖਿਆ। ਉਹਦਾ ਸੰਸਕ੍ਰਿਤ 'ਚ ਤੇ ਇਹ ਮੰਗਲ ਇਹ ਵੀ ਜਿਹੜਾ ਨਮੋ ਨਮੋ ਸ੍ਰੀ ਰਾਮ ਜੂ, ਸੰਸਕ੍ਰਿਤ ਵਿੱਚ ਇਦਾਂ ਵੀ ਸਚ ਦਾ ਆਨੰਦ ਰੂਪਾਇ ਸ੍ਰੀ ਰਾਮਾਇ ਨਮੋ ਨਮః, ਸਤ ਚੇਤਨ ਆਨੰਦ ਸਰੂਪ ਸੋਭਾ ਵਾਲੇ ਰਾਮ ਪਰਮੇਸ਼ਰ ਨੂੰ ਨਮੋ ਨਮః ਸਾਡੀ ਨਮਸਕਾਰ ਹੈ। ਇਹ ਸ਼੍ਰੀ ਰਾਮ ਆਏ, ਜਦੋਂ ਇਹ ਮੰਗਲ ਪੜਾਂਗੇ ਉਦੋਂ ਨਿਰਗੁਣ ਸਰੂਪ ਦਾ ਮੰਗਲ, ਜਦੋਂ ਸੱਚ ਦਾ ਆਨੰਦ ਰੂਪ ਕਹਾਂਗੇ ਨਿਰਗੁਣ ਸਰੂਪ ਦਾ ਸ਼੍ਰੀ ਰਾਮਾਏ ਦਾ ਨਮੋ ਨਮః, ਇਹ ਹੈ ਸਰਗੁਣ ਸਰੂਪ ਦਾ ਮੰਗਲ। ਯ ਗਾਨੇ ਖੀਯਤੇ ਗਿਆਨ ਸਵਪਨ ਤੁਲ ਭਵੇ ਜਗਤ, ਇਹ ਮੰਗਲ ਸੰਸਕ੍ਰਿਤ ਦਾ। ਇਹ ਗਿਆਨ ਜਦੋਂ ਜੀਵ ਦੇ ਗਿਆਨ ਨੂੰ ਜਦੋਂ ਜਾਣ ਲੈਂਦਾ, ਗਿਆਨ ਜਦੋਂ ਇਹਨੂੰ ਹੋ ਜਾਂਦਾ, ਤੇ ਜਗਤ ਜਿਹੜਾ ਉਹ ਸਵਪਨ ਤੁਲ ਹੈ, ਸੁਪਨੇ ਦੇ ਤੁਲ ਸਮਾਨ ਹੀ ਭਵੇ ਹੋ ਜਾਂਦਾ, ਦਿਖਣ ਲੱਗ ਪੈਂਦਾ, ਖੀਏ ਤੇ ਨਾਸ ਹੋ ਜਾਂਦਾ, ਤੇ ਭਰਮ ਨਾਸ ਹੋ ਜਾਂਦਾ। ਜਗਾਨੇ ਜਗਾਨੇ ਕੀ ਭਰਮ ਨਾਸ ਹੋ ਜਾਂਦਾ, ਗਿਆਨ ਦਾ ਪ੍ਰਕਾਸ਼ ਹੋ ਜਾਂਦਾ। ਜਿਹੜਾ ਸੁਪਨੇ ਦੀ ਨਿਆਈ ਇਹ ਸੰਸਾਰ ਹੈ ਤੇ ਉਹ ਵੀ ਸਮਾਪਤ ਹੋ ਜਾਂਦਾ। ਇਹਦਾ ਉਲੱਥਾ ਜਿਹੜਾ ਕੀਤਾ ਇੱਥੇ ਨਮੋ ਨਮੋ ਸ੍ਰੀ ਰਾਮ ਜੂ ਸਤ ਚਿਤ ਆਨੰਦ ਰੂਪ, ਜੇ ਜਾਣੇ ਜਗ ਸੁਪਨਵਤ ਨਾਸੇ ਭ੍ਰਮਤਮ ਕੂਪ। ਇਸ ਪ੍ਰਕਾਰ ਨਾਲ ਇਹ ਮੰਗਲ ਦੀ ਵੀ ਆਪਾਂ ਵਿਚਾਰ ਕਰ ਲਈਏ। ਇਹ ਮੰਗਲ ਜਿਹੜਾ ਆਰੰਭਤਾ ਵਿੱਚ ਉਹੀ ਸੰਤ ਨਾਥ ਜੀ ਨੇ ਕੀਤਾ ਹੈ, ਸ਼੍ਰੀ ਰਾਮਚੰਦਰ ਭਗਵਾਨ ਦਾ ਸਰਗੁਣ ਸਰੂਪ 'ਚ, ਪਰਮੇਸ਼ਰ ਰਮੇ ਦਾ ਨਿਰਗੁਣ ਸਰੂਪ 'ਚ। ਤੇ ਜਿਹੜਾ ਉੱਪਰ ਮੰਗਲ ਆਉਂਦਾ ਵੀ ਇੱਕ ਓਂਕਾਰ ਸਤਿਗੁਰ ਪ੍ਰਸਾਦ, ਇਹ ਗੁਰਸਿੱਖਾਂ ਵਿਦਵਾਨਾਂ ਨੇ ਗੁਰੂ ਸਾਹਿਬ ਦਾ ਆਪਣੇ ਇਸ਼ਟ ਦਾ ਮੰਗਲ ਉੱਪਰ ਲਿਖਿਆ ਹੋਇਆ ਹੈ। ਤੇ ਮੰਗਲ ਜਿਹੜਾ ਉਂਝ ਇਹ 4 ਪ੍ਰਕਾਰ ਦਾ, ਇਹਦੀ ਵਿਚਾਰ ਆਪਾਂ ਜਿਹੜੀ ਉਹ ਕੱਲ ਦੇ ਜੀਵਾਨਾਂ ਵਿੱਚ ਸਰਵਣ ਕਰਾਂਗੇ। ਹੁਣ ਆਪਾਂ ਇੱਥੇ ਥਾਨਕਾ ਰੂਪ ਵਿੱਚ ਹੀ ਪੜ੍ਹ ਰਹੇ ਸਾਂ, ਜੋ ਕੁਝ ਡੂੰਘੀ ਵਿਚਾਰ ਅਸੀਂ ਜਿਹੜੇ ਵੀ ਗ੍ਰੰਥ ਦੇ ਬਾਰ ਕੀਤੀ ਜਾਏ ਉਹ ਆਪਾਂ ਕਰ ਲਈ ਹੈ। ਹੁਣ ਜਿਵੇਂ ਵਿਚਾਰ ਆਏਗੀ ਕੱਲ ਆਪਾਂ ਗ੍ਰੰਥ ਦੀ ਪ੍ਰਾਰੰਭਤਾ ਕਰਾਂਗੇ ਮੰਗਲਾਂ ਤੋਂ। ਮੰਗਲ ਦੀ ਵਿਚਾਰ ਜਿਵੇਂ ਸੂਖਮ ਥੋੜੀ ਹੋ ਸਕੇਗੀ ਆਪਾਂ ਕਰਾਂਗੇ। ਹੁਣ ਇੱਥੇ ਹੀ ਅੱਜ ਆਪਾਂ ਸਮਾਪਤੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।